Hello friends, I am Diljot Singh and today you are watching Khabar for India and we are here with a special guest. His name is Manmohan Singh Narula. He is a young advocate and social activist. Let's meet him. Hello sir. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So sir, you are a young advocate. Sir, आपको कितना टाइम हो गया सर प्रैक्टिस करते हुए और कहाँ पे प्रैक्टिस कर रहे हो? इज़ हिंदी कंफर्टेबल विद यू? या हिंदी इज कंफर्टेबल. 4 साल हो गए सर मुझे लॉ प्रैक्टिस करते हुए। मैंने ग्रेजुएशन अपनी करी 2017 में LLB, उसके बाद मैंने पोस्ट ग्रेजुएशन अपनी करी। उसके बाद से ही मैं दिल्ली हाई कोर्ट में और 30,000 के अंदर प्रैक्टिस कर रहा हूँ सर एज अ लॉयर। उसके साथ साथ मैं सोशल एक्टिविस्ट हूँ सर। सोसाइटी के अंदर होते अच्छे और बुरे कामों के ऊपर नज़र रखता हूँ और बुरे कामों के खिलाफ आवाज़ उठाता हूँ सर। सर कौन सी केसेस में आप स्पेसिफिकली डील करते हैं सर? वैसे तो आई डील इन ऑल, बट मेरी जी पोस्ट ग्रेजुएशन है दैट इज़ इन आर्बिट्रेशन और मीडिएशन। इन दो केसेस में मेरा स्पेशलाइजेशन है। And sir, what type of social work you are enacting? Sir, currently my focus is purely on Gurdwara elections because they have been deliberately or undeliberately because of COVID. They have been delayed since April 2021. See, we are 3 to 4 months down that elections are due, and the current members, the current general house, the current organization committee is an outgoing committee. So my focus currently is on DSGMC and Gurdwara elections. So sir, are you taking any steps for reviving the elections? कि रिवाइव हो जाए दोबारा जल्दी। ਹੁਣ ਇਸ ਤੋਂ ਪਹਿਲਾਂ थर्ड वेव आए, ਪਹਿਲਾਂ फर्स्ट वेव करके पोस्टपोन हो गए, फिर ਹੁਣ फिर पोस्टपोन हो गए ਤੇ ਸਰ April 25 ਨੂੰ ਇਲੈਕਸ਼ਨ ਹੋਣੇ ਸੀ, ਬਟ ਦੈਟ ਇਲੈਕਸ਼ਨਸ ਗॉट ਪੋਸਟਪੋਨਡ ਬਿਕਾਜ਼ ਉਸ ਟਾਈਮ ਸੈਕੰਡ ਵੇਵ ਬਹੁਤ ਜ਼ਿਆਦਾ ਪ੍ਰਖਰ ਰੂਪ ਨਾਲ ਬਾਹਰ ਆ ਗਈ ਸੀ ਤੇ ਵੋਟਾਂ ਵੀ ਜ਼ਰੂਰੀਆਂ ਨੇ, ਉਸ ਤੋਂ ਜ਼ਿਆਦਾ ਲੋਕਾਂ ਦੀ ਜਾਨਾਂ ਜ਼ਰੂਰੀਆਂ ਨੇ। ਤੇ ਮੈਂ ਉਸ ਜਿਹੜਾ ਐਕਸ਼ਨ ਸੀ, ਜਿਹੜਾ ਉਹ ਸਟੈਪ ਸੀ ਇਲੈਕਸ਼ਨਸ ਨੂੰ ਪੋਸਟਪੋਨ ਕਰਨ ਲਈ, ਮੈਂ ਉਹਦੇ ਸਪੋਰਟ ਵਿੱਚ ਸੀਗਾ ਉਸ ਟਾਈਮ। ਅੱਜ ਦੀ ਡੇਟ ਅੰਦਰ ਕੇਸਿਸ ਆਰ ਵੈਰੀ ਲੋ, ਬਾਕੀ ਸਾਰੀ ਚੀਜ਼ਾਂ ਵੀ ਖੁੱਲ੍ਹ ਚੁੱਕੀਆਂ ਨੇ, ਆਲਟਰਨੇਟ ਕਰਕੇ ਮਾਰਕੀਟਸ ਵੀ ਖੁੱਲ੍ਹ ਰਹੀਆਂ ਨੇ। ਤੇ ਮੈਂ ਸਰਕਾਰ ਨੂੰ ਵੀ ਇਹੀ ਕਹੂੰਗਾ, ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਇਸ ਇਲੈਕਸ਼ਨ ਨੂੰ ਹੋ ਜਾਣਾ ਚਾਹੀਦਾ, ਕਿਉਂਕਿ DSGMC ਕੋਈ ਛੋਟੀ ਲੋਕਲ ਸੁਸਾਇਟੀ ਨਹੀਂ ਹੈ। ਇਟਸ ਅ ਸਟੈਟੂਟਰੀ ਬੋਡੀ ਮੇਡ ਬਾय ਪਾਰਲੀਮੈਂਟ ਆਫ ਇੰਡੀਆ, तो इट्स अ वेरी बिग अथॉरिटी। ਉਹਦੇ ਅੰਦਰ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਆਉਂਦੇ ਨੇ, ਕਰੋੜਾਂ ਰੁਪਏ ਦੀ ਗੋਲਕ ਹੈ। ਤੇ ਜਿਹੜਾ ਅੱਜ ਦਾ ਪ੍ਰੈਜ਼ੀਡੈਂਟ ਹੈ, ਜਿਹੜਾ ਉੱਥੇ ਬੈਠਾ ਹੈ, ਇਜ਼ ਇਨਕੇਪੇਬਲ ਟੂ ਡੀਲ ਵਿਦ ਆਲ ਦਿਸ ਥਿੰਗਸ। ਸਰ ਨੇਮ ਦ ਪ੍ਰੈਜ਼ੀਡੈਂਟ, ਹੂ ਇਜ਼ ਦ ਸਰ? ਸਰ ਸਭ ਨੂੰ ਪਤਾ ਪ੍ਰੈਜ਼ੀਡੈਂਟ ਕੌਣ ਹੈ DSGMC ਦਾ, ਮਨਜਿੰਦਰ ਸਿੰਘ ਸਿਰਸਾ ਜੀ ਹੈਗੇ ਨੇ। ਹੀ ਇਜ਼ ਨਾਟ ਕੇਪੇਬਲ ਅ ਪਰਸਨ ਜਿਹੜਾ ਡੀਲ ਕਰ ਸਕਣ ਇਸ ਇੰਨੀ ਵੱਡੀ ਅਥਾਰਟੀ ਦੇ ਉੱਤੇ ਬੈਂਡ ਦਾ। Do you mean Mr. Sirsa is behind the delay or postponing the elections? I cannot say that because I do not have the evidence to say so, but I can deliberately say he is taking advantage of it. How, sir? ਜਿਹੜਾ ਡਿਲੇ ਹੋ ਰਿਹਾ ਹੈ ਉਹਦਾ ਐਡਵਾਂਟੇਜ ਸਿਰਸਾ ਜੀ ਇਸ ਕਰਕੇ ਲੈ ਰਹੇ ਨੇ ਕਿ ਜਿਹੜੇ 2 ਸਾਲ ਮਤਲਬ ਪਹਿਲੇ ਤਾਂ ਉਹ 6 years he was general secretary, ਔਰ general secretary is not a very small part of DSGMC। ਸਾਰੀ ਐਡਮਿਨਿਸਟ੍ਰੇਟਿਵ ਕੰਟਰੋਲ ਜਨਰਲ ਸੈਕਟਰੀ ਕੋਲ ਹੁੰਦੀ ਹੈ। 6 ਸਾਲ ਉਹਨਾਂ ਨੇ ਜਨਸੈਕ ਹੋ ਕੇ ਵੀ ਕੋਈ ਕੰਮ ਨਹੀਂ ਕੀਤਾ। 6 ਸਾਲ ਤੋਂ ਬਾਅਦ 2 ਸਾਲ ਜਦੋਂ ਪ੍ਰੈਜ਼ੀਡੈਂਟ ਰਹੇ ਤਾਂ ਵੀ ਉਹਨਾਂ ਨੇ ਇੱਕ ਪੱਤਾ ਨਹੀਂ ਹਿਲਾਇਆ। ਹਸਪੀਟਲ ਤਾਂ ਉਹਨਾਂ ਨੂੰ ਯਾਦ ਨਹੀਂ ਆਇਆ। 2013 ਅੰਦਰ ਆਏ ਸੀ ਜਦ ਪਹਿਲੀ ਵਾਰ ਵੋਟ ਮੰਗੀ ਸੀ ਕਿ ਅਸੀਂ ਹਸਪੀਟਲ ਠੀਕ ਕਰਾਂਗੇ ਜੀ, ਸਾਨੂੰ ਮੌਕਾ ਦਿਓ। 13 ਤੋਂ ਲੈ ਕੇ 4 ਸਾਲ ਉਹ ਚਲੇ ਗਏ, 17 ਤੋਂ ਲੈ ਕੇ ਹੁਣ 4 ਸਾਲ ਚਲੇ ਗਏ। ਹੁਣ 2 ਸਾਲ ਪਹਿਲੇ ਪ੍ਰੈਜ਼ੀਡੈਂਟ ਬਣੇ ਤਾਂ ਵੀ ਕੁਝ ਯਾਦ ਨਹੀਂ ਆਇਆ। April 2021 ਅੰਦਰ ਮਾਡਲ ਕੋਡ ਆਫ ਕੰਡਕਟ ਲੱਗ ਗਿਆ। ਕੋਵਿਡ ਦੀ ਮਹਾਮਾਰੀ ਉਸ ਤੋਂ 1 ਸਾਲ ਪਹਿਲੇ ਵੀ ਸੀ, ਤਾਂ ਉਹਨਾਂ ਨੂੰ ਨਹੀਂ ਯਾਦ ਆਇਆ ਕਿ ਗਰੀਬ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੂੰ ਹਸਪੀਟਲ 'ਚ ਬੈੱਡ ਨਹੀਂ ਮਿਲ ਰਹੇ। ਹੁਣ ਜਦ ਆਪਣੀ ਸੀਟ ਬਚਾਉਣੀ ਹੈ, ਆਪਣੇ ਸਿਰ 'ਤੇ ਤਲਵਾਰ ਲਟਕ ਗਈ, ਤਾਂ ਉਹਨਾਂ ਨੂੰ ਹਸਪੀਟਲ ਵੀ ਯਾਦ ਆ ਰਿਹਾ, ਤਾਂ ਉਹਨਾਂ ਨੂੰ ਟੀਚਰਸ ਵੀ ਯਾਦ ਆ ਰਹੇ ਨੇ, ਤਾਂ ਉਹਨਾਂ ਨੂੰ ਰਾਗੀ ਸਿੰਘ ਵੀ ਯਾਦ ਆ ਰਹੇ ਨੇ, ਤਾਂ ਉਹਨਾਂ ਨੂੰ ਸਭ ਕੁਝ ਯਾਦ ਆ ਰਿਹਾ। ਟੀਚਰਸ ਕਿੰਨੇ ਟਾਈਮ ਤੋਂ ਆਪਣੀ ਤਨਖਾਹ ਲਈ ਰੋਜ਼ ਹਰ ਮਹੀਨੇ 6 ਮਹੀਨੇ 3 ਮਹੀਨੇ 'ਚ ਇੱਕ ਵਾਰ ਤਾਂ ਮੈਂ ਰੋਜ਼ ਨਿਊਜ਼ ਵਿੱਚ ਦੇਖਦਾ ਸੀ, ਚਾਹੇ ਤੁਸੀਂ ਕਵਰ ਕੀਤਾ ਚਾਹੇ ਹੋਰ ਕਿਸੇ ਨੇ ਵੀ ਕਵਰ ਕੀਤਾ ਹੈ, ਆਪਣੇ ਸੈਲਰੀ ਲਈ ਧਰਨਾ ਮਾਰ ਰਹੇ ਸੀ।
ਮਤਲਬ ਡੀਐਸਜੀਐਮਸੀ ਦਾ ਇੰਨਾ ਬੇੜਾ ਗਰਕ ਕਰ ਦਿਆ ਹੈ ਸਿਰਸਾ ਸਾਹਿਬ ਨੇ ਕਿ ਪੀਐਫ ਦੇ ਪੈਸੇ ਵੀ ਡਕਾਰ ਮਾਰ ਛੱਡੇ ਨੇ। ਹੋਰ ਤਾਂ ਮੈਂ ਕੀ ਦੱਸਾਂ, ਮਤਲਬ ਜਿਹੜੀ ਇੱਕ ਲੀਗਲ ਬਾਈਂਡਿੰਗ ਹੈ ਨਾ, ਮਤਲਬ ਹੁਣ ਅਗਰ ਤੁਸੀਂ ਇੱਕ EMPLOYE ਹੋ, ਤੁਹਾਡੇ ਬੌਸ ਨੇ ਅੱਧੇ ਪੈਸੇ ਪੀਐਫ ਦੇ ਦੇਣੇ ਨੇ, ਅੱਧੇ ਪੈਸੇ ਤਾਂ ਸਰਕਾਰ ਦੇਗੀ। ਜਦ ਤੱਕ ਤੁਹਾਡਾ ਬੌਸ ਪੀਐਫ ਦੇ ਪੈਸੇ ਅੱਧੇ ਨਹੀਂ ਪਾਏਗਾ, ਸਰਕਾਰ ਪੈਸੇ ਨਹੀਂ ਪਾਉਣ ਲੱਗੀ। ਸਿਰਸਾ ਸਾਹਿਬ ਨੇ ਉਹਨਾਂ ਟੀਚਰਾਂ ਦੇ ਪੀਐਫ ਦੇ ਪੈਸੇ ਵੀ ਖਾ ਛੱਡੇ ਨੇ ਜੀ। ਹੁਣ ਉਸ ਦੇ ਅੰਦਰ ਵੀ ਡਿਫਾਲਟ ਹੈ। ਸਰ ਇਸ ਦਾ ਕੋਈ ਐਕਸ਼ਨ ਲੈ ਰਹੇ ਤੁਸੀਂ ਸਰ? ਕੋਈ ਪਟੀਸ਼ਨ ਜਾਂ ਜੀ, ਕੋਈ ਤੁਸੀਂ ਐਜ਼ ਐਡਵੋਕੇਟ ਹੋ, ਤੁਸੀਂ ਕੋਈ ਕੇਸ ਪਾਓ ਜਾਂ ਫਿਰ ਸਮਥਿੰਗ ਲਾਈਕ, ਜਾਂ ਤੁਸੀਂ ਪਬਲਿਕ ਨੂੰ ਅਵੇਅਰ ਕਰੋ ਕਿ ਦਿਸ ਪਰਸਨ ਇਜ਼ ਕਮਿਟਿੰਗ ਫਰਾਡ, ਕਿ ਫਰਾਡ ਕਰ ਰਿਹਾ ਹੈ ਜਾਂ ਚੀਟ ਕਰ ਰਿਹਾ ਹੈ? ਵੀਰ ਜੀ, ਜੇ ਤੁਹਾਡੇ ਕੋਲ ਐਵੀਡੈਂਸ ਹੈ ਤਾਂ। ਫਰਾਡ ਔਰ ਚੀਟਿੰਗ ਦਾ ਐਵੀਡੈਂਸ ਮੈਂ ਨਹੀਂ, ਕੋਰਟ ਨੇ ਵੀ ਕੋਗਨੀਜ਼ੈਂਸ ਲੈ ਲਿਆ। ਇਕਨੋਮਿਕ ਅਫੈਂਸ ਵਿੰਗ ਨੇ ਆਲਰੇਡੀ ਐਫਆਈਆਰ ਰਜਿਸਟਰ ਕਰਤੀ ਹੈ। ਇਹ ਜਿੰਨਾ ਮਰਜ਼ੀ ਸਿਰਸਾ ਸਾਹਿਬ ਰੋਲਾ ਪਾ ਲੈਣ ਕਿ ਪੁਰਾਣਾ ਪ੍ਰਧਾਨ ਚੋਰ ਸੀ, ਇਹ ਪ੍ਰਧਾਨ ਚੋਰ ਹੈ ਜੀ, ਇਸ ਤੋਂ ਪਹਿਲੇ ਵਾਲਾ ਚੋਰ ਸੀ ਜਾਂ ਇਸ ਤੋਂ ਪਹਿਲੇ ਵਾਲਾ ਚੋਰ ਸੀ, ਬਟ ਕਿਸੇ ਦੇ ਉੱਤੇ ਐਫਆਈਆਰ ਨਹੀਂ ਹੋਈ, ਉਹ ਵੀ ਇਕਨੋਮਿਕ ਵਿੰਗਸ ਉੱਤੇ। ਐਫਆਈਆਰ ਵੀ ਕੋਰਟ ਨੇ ਕਹੀ ਕਿ ਹਾਂ ਇਹ ਕੰਪਲੇਂਟ ਠੀਕ ਹੈ ਜੀ, ਇਸ ਦੇ ਉੱਤੇ ਐਫਆਈਆਰ ਕੀਤੀ ਜਾਏ, ਤਾਂ ਪੁਲਿਸ ਨੇ ਐਫਆਈਆਰ ਕੀਤੀ ਹੈ। ਇਹ ਛੋਟੀ ਗੱਲ ਨਹੀਂ ਹੈ। ਥੋੜੀ ਆਡੀਅנס ਨੂੰ ਦੱਸੋਗੇ ਸਰ ਐਫਆਈਆਰ ਵਿੱਚ ਕੀ ਸੀਗਾ ਜਾਂ ਕਿੰਨਾ ਕੁ ਵੱਡਾ ਫਰਾਡ ਸੀ, ਬਰੀਫਲੀ ਛੋਟਾ ਜਿਹਾ? ਵੀਰ ਜੀ, ਬਰੀਫਲੀ ਤਾਂ ਇਹੀ ਹੈ ਕਿ ਜਿਹੜੇ ਟੈਂਟ ਵਗੈਰਾ ਲੱਗੇ ਸੀ ਉਹਦੇ ਫਰਜ਼ੀ ਬਿੱਲ ਇਹਨਾਂ ਨੇ ਪਾਏ ਸੀ ਜੀ, ਜਿਹਦੀ ਕੰਪਲੇਂਟ ਇੱਕ ਸ਼ਖਸ ਹੈਗੇ ਨੇ ਭੁਪਿੰਦਰ ਸਿੰਘ ਜੀ, ਉਹਨਾਂ ਨੇ ਕੀਤੀ ਸੀ ਕਿ ਬਿਲਸ ਵਗੈਰਾ ਨਕਲੀ ਲੱਗੇ ਹੋਏ ਨੇ, ਸਿਰਸਾ ਸਾਹਿਬ ਨੇ ਫਰਾਡ ਕੀਤਾ। ਤੇ ਉਸ ਰਿਗਾਰਡਿੰਗ ਕੋਰਟ ਨੇ ਉਹ ਕੰਪਲੇਂਟ ਨੂੰ ਠੀਕ ਪਾਇਆ, ਇਨਵੈਸਟੀਗੇਸ਼ਨ ਕੀਤੀ। ਉਸ ਤੋਂ ਬਾਅਦ ਇਕਨੋਮਿਕ ਅਫੈਂਸ ਵਿੰਗ ਨੇ ਉਹਦੇ ਉੱਤੇ ਐਫਆਈਆਰ ਰਜਿਸਟਰ ਕੀਤੀ ਹੈ ਤੇ ਕੇਸ ਹਲੇ ਚੱਲ ਰਿਹਾ ਹੈ। ਐਫਆਈਆਰ ਨਹੀਂ ਉਹਨਾਂ ਦੇ ਉੱਤੇ। ਤੇ ਅਗਰ ਤੁਸੀਂ 2017 ਦਾ ਉਹਨਾਂ ਦਾ ਪਰਚਾ ਦੇਖੋਗੇ ਨਾ ਇਲੈਕਸ਼ਨ ਕਮਿਸ਼ਨ ਦਾ, ਉਹਨਾਂ ਦੇ ਉੱਤੇ ਹੋਰ ਕਈ ਐਫਆਈਆਰ ਹੈਗੀਆਂ ਨੇ। ਓਕੇ, ਤੇ ਸਰ ਜੋ ਐਕਟ ਹੈਗਾ ਸਰ 1971 ਦੇ ਵਿੱਚ ਜੋ ਬਣਾਇਆ, ਸ਼ਾਇਦ ਮੈਂ ਜੇ ਗਲਤ ਹੋਵਾਂ ਮੈਨੂੰ ਕਰੈਕਟ ਕਰਿਓ, ਤੇ ਉਸ ਦੇ ਅਕੋਰਡਿੰਗ ਸ਼ਾਇਦ ਜਿਸ ਉੱਤੇ ਐਫਆਈਆਰ ਹੋਈ ਹੈ ਜਾਂ ਕੋਈ ਕੇਸ ਚੱਲ ਰਿਹਾ, ਸ਼ਾਇਦ ਉਸ ਤੇ ਉਹ ਇਲੈਕਸ਼ਨ ਲੜ ਸਕਦਾ ਜਾਂ ਨਹੀਂ ਲੜ ਸਕਦਾ ਹੈਗਾ, ਇਹ ਕਲੀਅਰ ਕਰੋਗੇ? ਐਫਆਈਆਰ ਨਹੀਂ, ਚਾਰਜ ਸ਼ੀਟ ਫਾਈਲ ਹੋਣੀ ਜ਼ਰੂਰੀ ਹੈ ਜੀ। ਚਾਰਜ ਸ਼ੀਟ ਨਹੀਂ ਫਾਈਲ ਹੋਈ, ਬਸ ਇसी ਚੀਜ਼ ਦਾ ਉਹ ਲਿਵਰੇਜ ਲੈ ਰਹੇ ਨੇ। ਚਾਰਜ ਸ਼ੀਟ ਹੁੰਦੀ ਹੈ ਕਿ ਐਫਆਈਆਰ ਫਾਈਲ ਹੋਣ ਦੇ ਬਾਅਦ ਵੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ। ਐਫਆਈਆਰ ਇਜ਼ ਫਸਟ ਇਨਫੋਰਮੇਸ਼ਨ ਰਿਪੋਰਟ, ਜਿਹੜੀ ਪਹਿਲੀ ਇਨਫੋਰਮੇਸ਼ਨ ਆਉਂਦੀ ਹੈ, ਉਸ ਐਫਆਈਆਰ ਦੇ ਬੇਸਿਸ ਦੇ ਉੱਤੇ ਫਿਰ ਪੁਲਿਸ ਅੱਗੇ ਫਰਦਰ ਇਨਵੈਸਟੀਗੇਟ ਕਰਦੀ ਹੈ। ਫਰਦਰ ਇਨਵੈਸਟੀਗੇਟ ਕਰਨ ਤੋਂ ਬਾਅਦ ਜਾਂ ਤਾਂ ਉਸ ਅਕਿਊਜ਼ ਨੂੰ ਐਕੁਇਟਲ ਮਿਲ ਜਾਏਗਾ ਕਿ ਚਾਰਜ ਨਹੀਂ ਬਣਿਆ, ਠੀਕ ਹੈ, ਜਾਂ ਤਾਂ ਫਿਰ ਚਾਰਜ ਸ਼ੀਟ ਫਾਈਲ ਕਰੇਗੀ ਪੁਲਿਸ। ਜਿਸ ਬੰਦੇ ਉੱਤੇ ਚਾਰਜ ਸ਼ੀਟ ਫਾਈਲ ਹੋਣਗੀਆਂ, ਉਹ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ। ਤੇ ਸਰ ਇਹ ਕੋਈ ਇਹਨਾਂ ਦਾ ਕੋਈ ਟੈਕਟਿਕ ਹੈ ਸਿਰਸਾ ਸਾਹਿਬ ਦਾ ਕਿ ਡਿਲੇ ਕਰਾਉਣ ਦਾ ਜਾਂ ਕੁਝ ਹੋਰ ਕੋਈ? ਜੀ ਮਤਲਬ ਲੂਪਹੋਲਸ ਤਾਂ ਹੁੰਦੀ ਹੈ ਆਪਣੇ, ਜੇ ਕਾਫੀ ਸਾਲ ਹੋ ਗਏ ਤੇ ਫਿਰ ਨਹੀਂ। ਐਫਆਈਆਰ ਜਿਹੜੀ ਹੁਣ ਐਫਆਈਆਰ ਹੋਈ ਹੈ ਤਾਂ ਰੀਸੈਂਟ ਹੋਈ ਹੈ, ਇਹ ਤਾਂ ਡਿਲੇ ਨਹੀਂ ਹੈ, ਮਤਲਬ ਇਹ ਤਾਂ ਹੁਣੇ ਹੋਈ ਹੈ। ਤੇ ਬਟ ਕੋਰਟ ਇਹਨੂੰ ਮੋਨੀਟਰ ਕਰ ਰਿਹਾ, ਡਿਲੇ ਹੋਏਗੀ ਵੀ ਨਹੀਂ। ਜਿਹੜੀ ਪੁਰਾਣੀਆਂ ਨੇ ਉਹ ਕ੍ਰਿਮੀਨਲ ਐਫਆਈਆਰਸ ਨੇ, ਮੈਂ ਉਹਨਾਂ ਦੇ ਉੱਤੇ ਕਮੈਂਟ ਨਹੀਂ ਕਰਾਂਗਾ ਕਿ ਇਨਵੈਸਟੀਗੇਸ਼ਨ ਅਥਾਰਟੀ ਕੀ ਕਰ ਰਹੀ ਹੈ। ਹਰ ਬੰਦਾ ਆਪਣੇ, ਜਿਹੜੀ ਹਰ ਇਨਵੈਸਟੀਗੇਸ਼ਨ ਅਥਾਰਟੀ ਉਹ ਠੀਕ ਢੰਗ ਨਾਲ ਕੰਮ ਕਰਦੀ ਹੈ। ਆਈ ਵਿਲ ਨਾਟ ਫਰਦਰ ਕਮੈਂਟ ਔਨ ਦੈਟ। ਬਟ ਮੇਨ ਜਿਹੜੀ ਗੱਲ ਹੈ, ਸਿਰਸਾ ਸਾਹਿਬ ਡਿਲੇ ਕਰਾ ਰਹੇ ਨੇ, ਮੈਨੂੰ ਨਹੀਂ ਪਤਾ, ਮੇਰੇ ਕੋਲ ਉਹਦਾ ਕੋਈ ਪ੍ਰੂਫ ਨਹੀਂ ਹੈ, ਮੈਂ ਉਹਦੇ ਉੱਤੇ ਕਮੈਂਟ ਵੀ ਨਹੀਂ ਕਰਾਂਗਾ। ਬਟ ਉਹਦਾ ਬੈਨੀਫਿਟ ਸਿਰਸਾ ਸਾਹਿਬ ਨੂੰ ਜ਼ਰੂਰ ਮਿਲ ਰਿਹਾ ਹੈ। ਜਿਹੜੇ 2 ਸਾਲ ਉਹ ਕੰਮ ਨਹੀਂ ਕਰ ਸਕੇ, ਜਿਹੜਾ ਉਹ ਐਸ਼ ਕਰ ਰਹੇ ਸੀ, ਘੁੰਮ ਰਹੇ ਸੀ, ਪ੍ਰਧਾਨਗੀ ਇੰਜੋਏ ਕਰ ਰਹੇ ਸੀ, ਨਾਮ ਅੱਗੇ ਇੱਕ ਵੱਡਾ ਤਮਕਾ ਲਗਾਇਆ ਹੋਇਆ ਸੀ, ਕਮਰੇਵਾਰ ਮਨਜਿੰਦਰ ਸਿੰਘ ਸਿਰਸਾ ਪ੍ਰੈਜ਼ੀਡੈਂਟ DSGMC, ਉਹ ਇੰਜੋਏ ਕਰ ਰਿਹਾ ਉਹਨਾਂ ਨੇ 2 ਸਾਲ। ਜਿਹੜੇ ਕੰਮ 2 ਸਾਲ 'ਚ ਕਰਨੇ ਸੀ, ਹੁਣ ਉਹ ਇਲੈਕਸ਼ਨ ਹੋਣ, ਡਿਕਲੇਅਰ ਹੋਣ ਤੋਂ ਬਾਅਦ ਉਹ ਹੁਣ ਇਹਨਾਂ ਨੇ ਸ਼ੁਰੂ ਕੀਤਾ ਕਿ ਅਸੀਂ 60 ਦਿਨ ਅੰਦਰ ਕਰ ਦਾਂਗੇ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। 365 ਦਿਨ 1 ਸਾਲ 'ਚ ਹੁੰਦੇ ਨੇ, 600 ਦਿਨ ਤੋਂ ਜ਼ਿਆਦਾ 2 ਸਾਲ 'ਚ ਮਿਲੇ। 600 ਦਿਨ 'ਚ ਨਹੀਂ ਹੋਇਆ ਹਸਪੀਟਲ, 60 ਦਿਨ ਅੰਦਰ ਹੋ ਸਕਦਾ ਹੈ। ਮਤਲਬ ਪਹਿਲੇ 600 ਦਿਨ ਅੰਦਰ ਨੀਅਤ ਨਹੀਂ ਸੀ ਉਹਨਾਂ ਦੀ ਕਰਨ ਦੀ, ਉਹਨਾਂ ਦੇ ਨੀਅਤ ਅੰਦਰ ਖੋਟ ਹੈ। ਕੰਮ ਕਰਨਾ ਹੁੰਦਾ, ਪੈਸੇ ਤਾਂ ਵੀ ਸੀ ਗੁਰਦੁਆਰੇ ਕੋਲ, ਬਟ ਉਹੀ ਹੈ, ਪ੍ਰਧਾਨ ਦੇ ਕੋਲ ਨੀਅਤ ਨਹੀਂ ਸੀ। ਤੇ ਸਰ ਇਹਨਾਂ ਨੇ ਹੋਰ ਕੋਈ ਕੋਡ ਆਫ ਕੰਡਕਟ ਦੀ ਆਪਣਾ ਵਾਇਲੇਸ਼ਨ ਕੀਤੀ ਹੈ ਇਹਨਾਂ ਨੇ? ਬਿਲਕੁਲ ਜੀ, 2 ਵਾਇਲੇਸ਼ਨਸ ਦੀ ਤਾਂ ਨੋਟਿਸ ਇਸ਼ੂ ਹੋ ਚੁੱਕੇ ਨੇ। ਇੱਕ ਨੋਟਿਸ ਇਸ਼ੂ ਹੋਇਆ 6 ਤਰੀਕ ਨੂੰ, 6 ਜੁਲਾਈ ਨੂੰ, ਇੱਕ ਨੋਟਿਸ ਹੋਇਆ 14 ਜੁਲਾਈ ਨੂੰ। ਜਿਹੜਾ 6 ਤਰੀਕ ਨੂੰ ਨੋਟਿਸ ਇਸ਼ੂ ਹੋਇਆ, ਦੈਟ ਵਾਜ਼ ਜਿਹੜਾ ਇਹਨਾਂ ਨੇ ਬਾਲਾ ਸਾਹਿਬ ਹਸਪੀਟਲ ਦਾ ਇੱਕ ਫਰਜ਼ੀ ਜੁਮਲਾ ਛੱਡਿਆ ਸੀ ਕਿ ਅਸੀਂ ਇਹਨੂੰ 60 ਦਿਨ ਅੰਦਰ ਪੂਰਾ ਕਰ ਦਾਂਗੇ, ਉਹ ਵਾਇਲੇਸ਼ਨ ਹੈ ਜੀ। ਦੂਜਾ, ਇਹਨਾਂ ਨੇ ਜਿਹੜਾ ਹੁਣ ਇੱਕ ਨਵਾਂ ਜੁਮਲਾ ਛੱਡਿਆ ਜੀ ਕਿ ਅਸੀਂ ਟੀਚਰਸ ਨੂੰ DSGMC ਦੇ ਤੇ ਰਾਗੀਆਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ। ਇਹਨਾਂ ਨੇ ਦੇਣੀ ਹੁੰਦੀ ਨਾ ਭਾਜੀ, ਕੋਵਿਡ ਅੱਜ ਨਹੀਂ ਹੋਇਆ,
ਪਹਿਲੀ ਲਹਿਰ ਹੋ ਕੇ ਜਾ ਚੁੱਕੀ ਹੈ, ਦੂਜੀ ਲਹਿਰ ਵੀ ਖਤਮ ਹੋ ਗਈ। ਰਾਗੀ ਤਦ ਵੀ ਪਰੇਸ਼ਾਨ ਸਨ, ਸੇਵਾਦਾਰ ਤਦ ਵੀ ਪਰੇਸ਼ਾਨ ਸਨ, ਅੱਜ ਵੀ ਪਰੇਸ਼ਾਨ ਨੇ। ਉਹਨਾਂ ਨੇ ਤਾਂ ਵੀ ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਅਸਿਸਟੈਂਸ ਨਹੀਂ ਦਿੱਤੀਆਂ, ਤੰਗ ਹੋਰ ਕੀਤਾ ਹੈ। ਗੁਰਦੁਆਰੇ ਵੀ ਬੰਦ ਸੀ, ਸੰਗਤ ਵੀ ਨਹੀਂ ਆ ਰਹੀ ਸੀ, ਰਾਗੀ ਵੀ ਆਪਣੀ ਡਿਊਟੀਜ਼ ਨਹੀਂ ਕਰ ਰਹੇ ਸੀ, ਤੇ ਇਹਨਾਂ ਨੂੰ ਤਾਂ ਡਿਊਟੀਜ਼ ਲਈ ਪੈਸੇ ਮਿਲਦੇ ਨੇ ਜੀ। ਸਿਰਸਾ ਸਾਹਿਬ ਨੂੰ ਅਗਰ ਇੰਨੀ ਪਰਵਾਹ ਸੀ ਤਾਂ 2020 ਮਾਰਚ ਅੰਦਰ ਪਹਿਲਾ ਲੋਕਡਾਊਨ ਲੱਗਿਆ ਸੀ, ਕਹਿਣਾ ਚਾਹੀਦਾ ਸੀ ਕਿ ਮੈਂ 200 ਕਰੋੜ ਦੀ ਪਾਰਟੀ ਆ ਜੀ, ਗੁਰਦੁਆਰੇ ਤੋਂ 1 ਰੁਪਇਆ ਨਹੀਂ ਲੈਂਦਾ, ਸਾਰੇ ਰਾਗੀਆਂ ਨੂੰ ਮੈਂ ਪਾਲਾਂਗਾ। ਕਹਿੰਦੇ ਆਪਣੇ ਪਰਚੇ ਅੰਦਰ ਇਹਨਾਂ ਨੇ 2017 ਅੰਦਰ ਲਿਖਿਆ ਹੈ, ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਪਾਇਆ ਐਮਐਲਏ ਦੇ ਪਰਚੇ ਅੰਦਰ, ਕਿ 200 ਕਰੋੜ ਦੀ ਐਸੈਟਸ ਨੇ ਇਹਨਾਂ ਕੋਲ 1 ਕਰੋੜ ਰੁਪਇਆ ਨਹੀਂ ਸੀ ਕਿ ਰਾਗੀਆਂ ਦੇ ਨਾਮ ਕਰ ਦੇਣ। ਕਿੰਨਾ ਖਾ ਲੇਗਾ ਆਟਾ, ਕਿੰਨਾ ਲੱਗ ਜਾਏਗਾ? ਨਾ ਲੈਂਦੇ ਗੁਰਦੁਆਰੇ ਤੋਂ ਪੈਸੇ। 200 ਕਰੋੜ ਰੁਪਏ ਆਪਣਾ ਕਹਿਣਾ ਹੈ, ਵੱਡੀ ਵੱਡੀ ਗੱਡੀਆਂ ਘੁੰਮਣ ਲਈ ਪੈਸਾ ਹੈ, 2 ਗੱਡੀਆਂ ਅੱਗੇ 2 ਗੱਡੀਆਂ ਪਿੱਛੇ, ਸਫਾਰੀ ਸੂਟ ਮੈਰੂਨ ਪਗੜੀਆਂ ਪਵਾ ਕੇ ਬਾਉਂਸਰ ਘੁਮਾਉਣ ਦਾ ਪੈਸਾ ਹੈ। ਰਾਗੀਆਂ ਲਈ ਪੈਸਾ ਨਹੀਂ ਸੀ, ਸੇਵਾ ਕਰਦੇ। ਤੁਸੀਂ ਸਰ ਅਸਿਸਟੈਂਸ ਦੀ ਗੱਲ ਕੀਤੀ ਹੈ ਰਾਗੀਆਂ ਨੂੰ, ਤੇ ਜੋ ਜਿਹਨੇ ਕੋਈ ਅਫੈਕਟਡ ਫੈਮਿਲੀਜ਼ ਨੇ, ਸਰ ਇਹਨਾਂ ਨੇ ਅਸਿਸਟੈਂਸ ਵਿੱਚ ਕਿਹਾ ਕਿ 2500 ਰੁਪਏ ਦੇਵਾਂਗੇ। ਸਰ ਤੁਸੀਂ ਵੀ ਅੱਜ ਦੀ ਦੁਨੀਆ 'ਚ ਰਹਿੰਦੇ ਹੋ, ਮੈਂ ਵੀ ਰਹਿਣਾ ਹੈਗਾ ਸਿਰਸਾ ਸਾਹਿਬ, ਜਿਹੜੇ ਜਿਹਨੇ ਕੋਈ ਅਫੈਕਟਡ ਹੋਵੇ, ਤੁਹਾਨੂੰ ਲੱਗ ਰਿਹਾ ਕਿ 2500 ਰੁਪਏ ਬਹੁਤ ਹੈਗਾ ਇੱਕ ਫੈਮਿਲੀ ਵਾਸਤੇ? ਕਿਉਂਕਿ 2500 ਰੁਪਏ ਸਰ, ਜੇ ਆਪਾਂ 100 ਰੁਪਏ ਦਾ ਖਾਣਾ ਵੀ ਡੇਲੀ ਖਾਈਏ 25 ਦਿਨ 'ਚ ਖਤਮ ਹੈ ਗਿਆ, ਕੋਈ ਉਹਦਾ ਬਿੱਲ ਨਹੀਂ ਭਰ ਸਕਦੇ, ਕੋਈ ਸਫਾਈ ਜਾਂ ਕੁਝ ਹੋਰ ਸਮਾਨ ਲਈ। ਡੂ ਯੂ ਥਿੰਕ ਸਰ 2500 ਇਨਫ ਹੈਗਾ, ਜਾਂ ਕੁਝ ਇਹਨਾਂ ਨੂੰ ਕੋਈ ਨਵਾਂ ਟੈਕਟਿਕ ਸੋਚਣਾ ਚਾਹੀਦਾ ਸੀ, ਜਾਂ ਕੁਝ ਅਲੱਗ ਕਰਨਾ ਚਾਹੀਦਾ ਸੀਗਾ? ਵੀਰ ਜੀ ਮੈਂ ਉਸ 2500 ਦੀ ਅਮਾਊਂਟ ਤੇ ਕੁਐਸਚਨ ਹੀ ਨਹੀਂ ਕਰ ਰਿਹਾ। ਮੈਂ ਕੁਐਸਚਨ ਕਰ ਰਿਹਾ ਕਿ ਅੱਜ ਜਿਹੜਾ ਉਹਨਾਂ ਨੇ ਜੁਮਲਾ ਛੱਡਿਆ, ਚਾਹੇ ਉਹ 2500 ਦਾ, ਚਾਹੇ ਉਹ 500 ਦਾ, 25000 ਦਾ ਹੈ। ਸਰ ਇਹ ਸਿਰਫ 2500 ਉਹਨਾਂ ਨੇ ਆਪਣੇ ਮੈਮੋ 'ਚ, ਮੈਮੋਰੈਂਡਮ 'ਚ ਲਿਖਿਆ ਹੈ, ਕਹਿੰਦੇ ਤੁਸੀਂ 2500 ਦੇਵਾਂਗੇ, ਟਵੀਟ ਵੀ ਕੀਤਾ ਹੈਗਾ। ਆਈ ਜਸਟ ਵਾਂਟ ਟੂ ਨੋ ਯੂਰ ਓਪੀਨੀਅਨ ਦੈਟ ਅਕੋਰਡਿੰਗ ਟੂ ਹਿਸ ਵਰਡਸ ਕਿ 2500 ਦੇਵਾਂਗੇ। ਡੂ ਯੂ ਥਿੰਕ ਕਿ 2500 ਇੱਕ ਸਰਵਾਈਵਲ ਵਾਸਤੇ ਇਨਫ ਹੈਗਾ? ਦੇਖੋ ਅਗਰ ਉਸ ਅਮਾਊਂਟ ਦਾ ਤੁਸੀਂ ਮੇਰੇ ਤੋਂ ਓਪੀਨੀਅਨ ਪੁੱਛਦੇ ਹੋ ਮੇਰਾ, ਇਟ ਇਜ਼ ਨਾਟ ਇਨਫ। ਅੱਜ ਅਗਰ ਇੱਕ ਬੇਸਿਕ ਫੈਮਿਲੀ ਅੰਦਰ 4 ਜੀਵੀ ਹੈਗੇ ਨੇ, ਮੀਆਂ ਬੀਵੀ ਤੇ 2 ਬੱਚੇ, 2500 'ਚ ਕੁਝ ਨਹੀਂ ਹੁੰਦਾ। ਬਟ ਮੇਨ ਗੱਲ 2500 ਦੀ ਹੈ ਹੀ ਨਹੀਂ। ਮੇਨ ਮੁੱਦਾ ਜਿਹੜਾ ਇਹ ਹੈ, ਜੁਮਲਾ ਹੈ, ਇਹ ਮੋਦੀ ਵਾਲਾ ਜੁਮਲਾ ਹੈ। ਜੋ 15 ਲੱਖ ਕਿਹਾ ਸੀ, 15 ਲੱਖ ਆਏਗਾ, ਇਹ ਕਹਿੰਦੇ 2500 ਆਏਗਾ। ਬਿਲਕੁਲ ਇਹਨੇ ਅਮਾਊਂਟ ਛੋਟਾ ਕਰਤਾ। ਬਿਲਕੁਲ। ਤੇ ਮੇਜਰ ਗੱਲ ਕੀ ਹੈ, ਇਹ 2500 ਰੁਪਏ ਗੁਰੂ ਦੀ ਗੋਲਕ ਦਾ ਹੈ, ਮੇਰਾ ਹੈ, ਤੁਹਾਡਾ ਹੈ। ਉਹ ਅਗਰ ਇਲੈਕਸ਼ਨ ਡਿਕਲੇਅਰ ਹੋਣ ਤੋਂ ਪਹਿਲਾਂ ਦਿੰਦੇ ਨਾ, ਮੈਂ ਉਹਨਾਂ ਦੇ ਨਾਲ ਖੜਦਾ। ਇਹ ਪਬਲਿਕ ਮਨੀ ਹੈ, ਸੰਗਤ ਦੀ ਪੈਸਾ ਹੈ, ਸੰਗਤ ਦਾ ਪੈਸਾ ਹੈ। ਉਹ ਆਪਣਾ ਇਲੈਕਸ਼ਨ ਦਾ ਜਿਹੜਾ ਕੈਂਪੇਨ ਹੈ, ਉਹ ਮੇਰੇ ਪੈਸੇ ਤੇ ਤੁਹਾਡੇ ਪੈਸੇ ਤੇ ਕਿਉਂ ਲੜ ਰਿਹਾ ਹੈ? ਅਗਰ ਅੱਜ ਤੁਸੀਂ ਨੌਨ ਸਿੱਖ ਹੋ ਜੀ, ਤੁਹਾਡੀ ਵੋਟ ਗੁਰਦੁਆਰੇ ਅੰਦਰ ਨਹੀਂ ਹੈ, ਤੁਸੀਂ ਮੱਥਾ ਟੇਕਦੇ ਹੋ ਗੁਰਦੁਆਰੇ, ਕਦੀ ਨਾ ਕਦੀ ਤਾਂ ਗਏ ਹੋਗੇ। 5 ਰੁਪਏ 10 ਰੁਪਏ 20 ਰੁਪਏ ਜਿਹੜਾ ਤੁਸੀਂ ਪਾ ਰਹੇ ਹੋ, ਕਿ ਤੁਸੀਂ ਸਿਰਸਾ ਸਾਹਿਬ ਨੂੰ ਸਪੋਰਟ ਕਰ ਰਹੇ ਹੋ ਕੈਂਪੇਨ ਲਈ? ਤੁਸੀਂ ਆਪਣਾ ਓਪੀਨੀਅਨ ਦੱਸੋ। ਆਰ ਯੂ ਸਪੋਰਟਿੰਗ ਬਾਦਲ ਪਾਰਟੀ? ਮੈਂ ਅਗਰ 10 ਰੁਪਏ 5 ਰੁਪਏ ਪਾ ਰਿਹਾ, ਮੈਂ ਬਾਦਲ ਪਾਰਟੀ ਨੂੰ ਹਰਗਿਜ਼ ਸਪੋਰਟ ਨਹੀਂ ਕਰ ਰਿਹਾ। ਉਹ ਮੇਰਾ ਪੈਸਾ ਯੂਜ਼ ਕਰਕੇ ਆਪਣਾ ਇਲੈਕਸ਼ਨ ਕੈਂਪੇਨ ਕਿਉਂ ਚਲਾ ਰਿਹਾ? ਆਪਣੇ 200 ਕਰੋੜ ਮੁੱਕ ਗਏ, ਆਪਣੇ ਘਰ 'ਚ ਰੋਟੀ ਹੈ ਨਹੀਂ ਇਹਨਾਂ ਕੋਲ, ਆਪਣੇ ਪੈਸੇ ਯੂਜ਼ ਕਰੋ ਨਾ ਵੀਰ ਜੀ। ਸਰ ਇੱਕ ਅਨਦਰ ਕੁਐਸਚਨ, ਡੂ ਯੂ ਫੋਲੋ ਕਿ ਸਿਰਸਾ ਜੀ ਨੂੰ ਤੁਸੀਂ ਫੋਲੋ ਕਰਦੇ ਹੋ ਟਵਿੱਟਰ ਜਾਂ ਫੇਸਬੁੱਕ ਉੱਤੇ ਜਾਂ ਨਿਊਜ਼ ਉੱਤੇ? ਬਿਲਕੁਲ ਵੀਰ ਜੀ ਫੋਲੋ ਕਰਦਾ, ਤਾਂ ਹੀ ਪਤਾ ਚੱਲਦਾ ਕਿ ਕੀ ਵਾਇਲੇਸ਼ਨਸ ਕਰ ਰਹੇ ਨੇ। ਐਂਡ ਸਰ ਕੁਝ ਉਹਨਾਂ ਦੇ ਐਕਟ ਇਦਾਂ ਹੁੰਦੇ ਨੇ ਕਿ ਸ਼ਾਇਦ ਕਈ ਵਾਰੀ ਬਾਲੀਵੁੱਡ ਦੇ ਐਕਟਰਸ ਵੀ ਥੋੜਾ, ਤੇ ਇਹਦੇ ਉੱਤੇ ਸਿਰਫ ਕੁਝ ਕਹਿਣਾ ਚਾਹੋਗੇ? मैं इसके ऊपर कुछ आई विल रिफ्रेन फ्रॉम सेइंग एनीथिंग फ्रॉम दैट, बट वही एक छोटी जी गल है। अजकल मैं देखिया बॉम्बे गए हुए ने, महाराष्ट्र गए हुए ने, ਸਿੰਪਲ ਜੀ ਗੱਲ ਹੈ ਵੀਰ ਜੀ। ਮੇਰੇ ਆਪਣੇ ਘਰ ਭੁੱਖਮਰੀ ਹੋਏ, ਮੈਂ ਦੂਜੇ ਦੇ ਘਰ ਪਾਰਟੀ ਕਰਾਉਂ, ਜਾਇਜ਼ ਕਿਸੇ ਨੂੰ ਵੀ ਨਹੀਂ ਦਿੰਦਾ। ਮੇਰੇ ਆਪਣੇ ਟੀਚਰਸ ਆਪਣੇ ਪੈਸੇ ਲਈ ਦਰ ਭਟਕ ਰਹੇ ਨੇ। ਸਿਰਸਾ ਸਾਹਿਬ ਕੋਲ ਅੱਜ ਜਾ ਰਹੇ ਨੇ ਜੀ, ਟਾਈਮ ਨਹੀਂ ਮਿਲ ਰਿਹਾ, ਕੱਲ ਜਾ ਰਹੇ ਨੇ, ਟਾਈਮ ਨਹੀਂ ਮਿਲ ਰਿਹਾ, ਟਾਈਮ ਮੰਗ ਰਹੇ ਨੇ, ਟਾਈਮ ਨਹੀਂ ਦੇ ਰਹੇ ਜਨਰਲ ਮੈਨੇਜਰ ਸਾਹਿਬ। ਤੁਹਾਡੀ ਆਪਣੇ ਬੱਚੇ ਭੁੱਖੇ ਹੋਣ ਤੇ ਤੁਸੀਂ ਕਿਸੇ ਚੌਥੇ ਦੇ ਬੱਚੇ ਨੂੰ ਜਾ ਕੇ ਟੌਫੀਆਂ ਲੋਲੀਪੌਪ ਦਿਓ ਤਾਂ ਤੁਹਾਨੂੰ ਵੀ ਸ਼ੋਭਾ ਨਹੀਂ ਦੇਗਾ। ਸਿਰਸਾ ਸਾਹਿਬ ਅਗਰ ਅੱਜ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬੈਠੇ ਨੇ ਤੇ ਉਹਨਾਂ ਨੂੰ ਇਹ ਸ਼ੋਭਾ ਦਿੰਦਾ ਹੈ ਕਿ ਦਿੱਲੀ 'ਚ ਰਹਿ ਕੇ ਦਿੱਲੀ ਦੇ ਸਿੱਖਾਂ ਲਈ ਸੇਵਾ ਕਰਨ, ਬਾਹਰ ਘੁੰਮਣ ਦੀ ਜਿਹੜਾ ਡਰਾਮਾ ਹੈ ਉਹ ਬੰਦ ਕਰ ਦੇਣ। ਨਹੀਂ ਤਾਂ ਨਹੀਂ ਅਗਰ ਹੁੰਦੀ ਤਾਂ ਸੇਵਾ ਕਿਸੇ ਹੋਰ ਨੂੰ ਦੇ ਦੇਣ। ਅੱਜ ਹਰ ਬੰਦਾ, ਹਰ ਯੂਥ ਐਜੂਕੇਟਿਡ ਹੈ, ਹਰ ਬੰਦਾ ਕੇਪੇਬਲ ਹੈ, ਗੁਰਦੁਆਰੇ ਦੀ ਸੇਵਾ ਆਪਣੇ ਹੱਥ 'ਚ ਲੈ ਕੇ ਸਾਂਭ ਸਕਦਾ ਹੈ।
ਸਰ ਡੂ ਯੂ ਥਿੰਕ ਇਹਨਾਂ ਕੋਈ ਕੁਝ ਐਕਸ਼ਨਸ ਦਾ ਕੋਈ ਰੈਲੀਵੈਂਸ ਹੁੰਦਾ ਇਹਨਾਂ ਦਾ, ਜਿਵੇਂ ਇਹਨਾਂ ਨੇ ਕਰਨ ਜੌਹਰ ਉੱਤੇ ਇੱਕ ਇੰਟਰਵਿਊ ਕਰਕੇ ਕਹਤੇ ਕਰਨ ਜੌਹਰ ਦੀ ਪਾਰਟੀ ਵਿੱਚ ਸੈਲੀਬ੍ਰਿਟੀਜ਼ ਡਰਗ ਲੈ ਰਹੇ ਨੇ, ਜਾਂ ਫਿਰ ਅਮਿਤਾਭ ਬੱਚਨ ਨੇ ਜੋ 2 ਕਰੋੜ ਰੁਪਏ ਦਿੱਤੇ ਮੈਗਾ ਸਟਾਰ ਨੇ ਜੋ, ਤੇ ਉਹ ਇਹਨਾਂ ਨੇ ਟਵਿੱਟਰ ਜਾਂ ਫੇਸਬੁੱਕ ਉੱਤੇ ਇੱਕ ਵੀਡੀਓ ਪਾਤੀ, ਉੱਥੇ ਬੜਾ ਰੋਕ ਕੇ ਕਹਿ ਰਹੇ ਸੀ ਕਿ ਮੇਰੇ ਦੇ ਅਕਾਊਂਟ 'ਚ ਪੈਸੇ ਆਏ ਜਾਂ ਨਹੀਂ ਆਏਗੇ। ਸੋ ਸਰ ਉਹਦਾ ਕੀ ਸਟੇਟਸ ਹੈ? ਕਦੀ ਸਰ ਸ਼੍ਰੀਨਗਰ ਮਿਲਦੇ ਨੇ ਕਿ ਲਵ ਜਿਹਾਦ ਦਾ ਮਾਮਲਾ ਛੇੜ ਲੈਂਦੇ ਨੇ ਕਿ ਕੁੜੀ ਉੱਥੋਂ ਆਈ, ਕਦੀ ਆਪਣਾ ਉੱਥੋਂ ਜੋ ਲੜਕਾ ਜੰਮੂ ਵਾਲੇ ਸੀ ਉਹਨੂੰ ਨੌਕਰੀ ਦਿੱਤੀ, ਸਰ ਉਹ ਲੀਗਲੀ ਬਾਈਂਡਿੰਗ ਹੈਗਾ ਕਿ ਉਸ ਨੂੰ ਨੌਕਰੀ ਦੇ ਸਕਦੇ? ਨਹੀਂ, ਨੌਕਰੀ ਵਾਲਾ ਜਿਹੜਾ ਜਦ ਤੱਕ ਇਸ਼ੂ ਹੈ ਉਹ ਨੌਕਰੀ ਨਹੀਂ ਦੇ ਸਕਦੇ, ਲਾਈਕ ਬਾਏ ਕੋਡ ਆਫ ਕੰਡਕਟ ਲੱਗ ਚੁੱਕਿਆ। ਔਰ ਮੁੱਦੇ ਦੀ ਗੱਲ ਮੇਨ ਚੀਜ਼ ਇਹ ਹੈ ਕਿ ਜਿਹੜੀ ਉਹਨਾਂ ਨੇ ਨੌਕਰੀ ਦਿੱਤੀ ਹੈ ਉਹ ਸਿਰਫ ਆਪਣੇ ਸਿਗਨੇਚਰਸ 'ਤੇ ਦਿੱਤੀ ਹੈ, ਉਹਦੇ ਅੰਦਰ ਕਾਲਕਾ ਦੇ ਵੀ ਸਿਗਨੇਚਰਸ ਨਹੀਂ ਹੈਗੇ, ਜਨਰਲ ਸੈਕਟਰੀ ਦੇ ਵੀ ਸਿਗਨੇਚਰਸ ਨਹੀਂ ਹੈਗੇ। ਪ੍ਰੈਜ਼ੀਡੈਂਟ ਆਫਟਰ ਜਿਹੜਾ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਉਸ ਤੋਂ ਬਾਅਦ ਉਹ ਕਿਹਨੂੰ ਨੌਕਰੀ ਦੇ ਸਕਦਾ? ਉਹਦੇ ਕੋਲ ਪਾਵਰਸ ਹੀ ਨਹੀਂ ਹੈਗੀਆਂ। ਹੀ ਇਜ਼ ਐਨ ਆਊਟ ਗੋਇੰਗ ਪ੍ਰੈਜ਼ੀਡੈਂਟ। ਜਦ ਇਲੈਕਸ਼ਨ ਡਿਕਲੇਅਰ ਹੋ ਗਏ, ਆਚਾਰ ਸੰਹਿਤਾ ਲੱਗ ਗਈ, ਜਿੰਨਾ ਵੀ ਐਗਜ਼ੀਕਿਊਟਿਵ ਕਮੇਟੀ ਹੈ ਉਹ ਇੱਕ ਕੇਅਰ ਟੇਕਿੰਗ ਐਗਜ਼ੀਕਿਊਟਿਵ ਕਮੇਟੀ ਰਹਿ ਕੇ ਬਣ ਜਾਂਦੀ ਹੈ, ਉਹਦੇ ਕੋਲ ਸਾਰੇ ਪਾਵਰਸ ਖਤਮ ਹੋ ਜਾਂਦੇ ਨੇ। ਕੇਅਰ ਟੇਕਿੰਗ ਦਾ ਮਤਲਬ ਹੈ ਸਿਰਫ ਧਿਆਨ ਰੱਖ ਰਹੇ ਹੋ, ਮਕਾਨ ਕਿਸੇ ਹੋਰ ਦਾ ਹੈ, ਭਾਵੇਂ ਸਿਰਸਾ ਸਾਹਿਬ ਹੀ ਜਿੱਤ ਕੇ ਆਣ, ਮੈਨੂੰ ਨਹੀਂ ਪਤਾ, ਸੰਗਤ ਜੋ ਚਾਹੇਗੀ, ਅਗਰ ਸੰਗਤ ਨੂੰ ਲੱਗਦਾ ਹੈ ਕਿ ਸਿਰਸਾ ਸਾਹਿਬ ਜਿੱਤ ਸਕਦੇ ਨੇ, ਜਿੱਤ ਕੇ ਆਣ, ਜੀ ਸਦਕੇ ਸੇਵਾ ਸੰਗਤ ਦਿੰਦੀ ਹੈ, ਕਰੋ। ਬਟ ਜਦ ਤੱਕ ਇਲੈਕਸ਼ਨ ਨਹੀਂ ਹੋ ਜਾਂਦੇ, ਡਿਕਲੇਅਰ ਨਹੀਂ ਆ ਜਾਂਦਾ ਰਿਜ਼ਲਟ, ਸਿਰਸਾ ਸਾਹਿਬ ਇਜ਼ ਜਸਟ ਅ ਕੇਅਰ ਟੇਕਿੰਗ ਪ੍ਰੈਜ਼ੀਡੈਂਟ। ਹੀ ਇਜ਼ ਨੋ ਮੋਰ ਦੈਨ ਅ ਜਿਹੜਾ ਬਾਹਰ ਉਹ ਬੈਠਦਾ ਨਾ ਤਾਲਾ ਲਗਾ ਕੇ ਸਿਕਿਉਰਿਟੀ ਗਾਰਡ, ਕਿ ਮਾਲਿਕ ਜਦ ਤੱਕ ਦੂਜਾ ਨਹੀਂ ਆਏਗਾ ਮੈਂ ਸਿਰਫ ਚਾਬੀ ਲੈ ਕੇ ਬੈਠਾ, ਉਹ ਹੈ ਉਹ, ਉਹਨਾਂ ਦਾ ਟਰਮ ਖਤਮ ਹੋ ਚੁੱਕਿਆ ਹੈ। ਸਰ ਤੁਸੀਂ ਕਿਹਾ ਵਾਇਲੇਸ਼ਨ ਕੀਤੇ ਨੇ, ਸਰ ਉਸ ਦੀ ਸਰ ਲੀਗਲੀ ਜਾਂ ਐਕਟ ਦੇ ਅਕੋਰਡਿੰਗ ਸਰ ਪਨਿਸ਼ਮੈਂਟ ਕੀ ਹੈਗੀ ਆ, ਜਾਂ ਪਨਿਸ਼ਮੈਂਟ ਜਾਂ ਫਿਰ ਉਹਦੇ ਕੌਨਸੀਕੁਐਂਸਿਸ ਕੀ ਨੇ? ਉਹਨਾਂ ਦੇ ਨੋਮੀਨੇਸ਼ਨਸ ਕੈਂਸਲ ਹੋ ਸਕਦਾ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ। ਮੈਂ ਉਹ ਜਿਹੜੇ ਪਾਏ ਨੇ 2 ਨੋਟਿਸਸ, ਉਹਨਾਂ 'ਚ ਮੈਂ ਡਿਮਾਂਡ ਵੀ ਇਹੀ ਕੀਤੀ ਹੈ ਕਿ ਇਹਨਾਂ ਦਾ ਨੋਮੀਨੇਸ਼ਨ ਕੈਂਸਲ ਕੀਤਾ ਜਾਏ। ਹੀ ਕੈਨ ਨਾਟ ਫਾਈਟ ਇਲੈਕਸ਼ਨਸ, ਕਿਉਂਕਿ ਉਹਨਾਂ ਨੇ ਵਾਇਲੇਸ਼ਨਸ ਕੀਤੀਆਂ ਨੇ, ਕਾਲਕਾ ਜੀ ਨੇ ਵੀ ਤੇ ਸਿਰਸਾ ਜੀ ਨੇ ਵੀ, ਦੋਨਾਂ ਨੇ। ਤੇ ਬਾਕੀ ਜਿਹੜੇ ਉਹਨਾਂ ਦੇ ਕੈਂਡੀਡੇਟਸ ਨੇ ਉਹ ਵੀ ਵਾਇਲੇਸ਼ਨਸ ਕਰ ਰਹੇ ਨੇ, ਉਹਨਾਂ ਦੋਨਾਂ ਦੀ ਵਾਇਲੇਸ਼ਨਸ ਨੂੰ ਸ਼ੇਅਰ ਕਰਕੇ। ਅਗਰ ਮੈਂ ਕਿਸੇ ਦਾ ਕਤਲ ਕਰਦਾ ਤੇ ਜਿਹੜਾ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਏਗਾ ਤੇ ਉਹਨੂੰ ਵਾਹਵਾਹੀ ਕਰੇਗਾ, ਉਹਦੇ ਵੀ ਉੱਤੇ ਐਕਸ਼ਨ ਲਿਆ ਜਾਏਗਾ ਨਾ। ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਉਹ ਵੀ ਮੇਰੇ ਰਡਾਰ 'ਚ ਨੇ, ਉਹਨਾਂ ਉੱਤੇ ਵੀ ਮੈਂ ਹੁਣ ਅੱਗੇ ਫਰਦਰ ਐਕਸ਼ਨ ਲੈ ਰਿਹਾ, ਤੇ ਧੀਰੇ ਧੀਰੇ ਕਰਕੇ ਉਹਨਾਂ ਨੂੰ ਵੀ ਮੈਂ ਉਹਨਾਂ ਦੀ ਵੀ ਮੈਂ ਨੋਮੀਨੇਸ਼ਨ ਰੱਦ ਕਰਾਉਣ ਦੀ ਮੈਂ ਕੋਸ਼ਿਸ਼ ਕਰਾਂਗਾ। ਜੋ ਮੀਨਸ the big player, the big fishes are doing violation. The small fishes are taking advantage of the violations. ਉਹ ਵੀ violation ਹੈ। Sir, are they following the Act of 1971, all of them? Because in that act they say ਕਿ proper ਸਿੱਖ ਹੋਣਾ ਚਾਹੀਦਾ, ਕੋਈ ਦਾੜੀ ਦੀ ਕਿਸੇ ਟ੍ਰਿਮ ਹੋਣੀ ਚਾਹੀਦੀ ਹੈਗੀ, ਉਸ ਨੂੰ ਪੰਜਾਬੀ ਹੋਣੀ ਚਾਹੀਦੀ ਹੈ। ਤੇ ਸਰ ਡੂ ਯੂ ਥਿੰਕ ਕਿ ਸਾਰੇ ਉਹ ਫੋਲੋ ਕਰ ਰਹੇ ਕਿ ਕਿਸੇ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਹੈਗੀ, ਇਹ ਫੋਲੋ ਕਰ ਰਹੇ ਸਾਰਾ ਕੁਛ ਹੈ ਜੀ? ਤੁਸੀਂ ਸਰ ਇੱਥੇ ਦਿੱਲੀ ਦੇ ਲੋਕਲ ਹੋ, ਆਪਣਾ ਕਾਫੀ ਐਕਟਿਵ ਹੋ, ਉੱਥੇ ਸੋਸ਼ਲ ਵਰਕਰ ਵੀ ਹੈਗੇ ਹੋ, ਐਕਟਿਵਿਸਟ ਹੋ, ਤੁਹਾਨੂੰ ਲੱਗ ਰਿਹਾ ਕਿ ਕਰ ਰਹੇ ਫੋਲੋ? ਤੁਸੀਂ ਰੀਸੈਂਟਲੀ ਅਗਰ ਦੇਖਿਆ ਹੋਏਗਾ ਕਿ ਪਰਮਜੀਤ ਜੀ ਇੱਕ ਅਕਾਲੀ ਦਲ ਬਾਦਲ ਦੇ ਮੈਂਬਰ ਨੇ, ਮੈਂ ਨਾਮ ਉਹਨਾਂ ਦਾ ਰੀਕਲੈਕਟ ਨਹੀਂ ਕਰ ਪਾ ਰਿਹਾ, ਥੋੜ੍ਹੇ ਟਾਈਮ ਪਹਿਲੇ ਹੀ ਉਹ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਡੀ 'ਚ ਸ਼ਰਾਬ ਦੇ ਠੇਕੇ ਤੋਂ ਬੀਅਰ ਦੀ ਬੋਤਲ ਲੈਂਦੇ ਹੋਏ ਫੜੇ ਗਏ ਸੀ, ਤੇ ਉਹਨਾਂ ਦੇ ਉੱਤੇ ਸਜ਼ਾ ਵੀ ਲਗਾਈ ਗਈ ਸੀ। ਅਕਾਲ ਤਖਤ ਜਾ ਕੇ ਉਹਨਾਂ ਨੇ ਮਾਫੀ ਵੀ ਮੰਗੀ ਕਿ ਮੈਂ ਬੀਅਰ ਦੀ ਬੋਤਲ ਖਰੀਦੀ ਸੀ, ਪੀਤੀ ਨਹੀਂ। ਤੇ ਬਾਦਲ ਦਲ ਦਾ ਤਾਂ ਮੈਂ ਬਿਲਕੁਲ ਕੁਝ ਨਹੀਂ ਕਹਿ ਸਕਦਾ, ਮੈਨੂੰ ਤਾਂ ਅੱਜ ਤੱਕ ਸਿਰਸਾ ਸਾਹਿਬ ਦਾ ਵੀ ਗਾਤਰਾ ਨਹੀਂ ਦਿਖਿਆ ਕਿਤੇ। ਅਗਰ ਮੈਂ ਗਾਤਰਾ ਅੰਦਰ ਵੀ ਪਾਇਆ, ਕਾਲੇ ਕਲਰ ਦਾ ਗਾਤਰਾ ਵਾਈਟ ਕੁੜਤੇ ਪਜਾਮੇ ਅੰਦਰ ਕਲੀਅਰ ਦਿਖਦਾ ਹੈ, ਸਿਰਸਾ ਸਾਹਿਬ ਦਾ ਵੀ ਗਾਤਰਾ ਮੈਂ ਨਹੀਂ ਦੇਖਿਆ। ਮੈਨੂੰ ਮਿਲਣਗੇ, ਮੈਂ ਜ਼ਰੂਰ ਪੁੱਛਾਂਗਾ, ਲਾਈਵ ਪੁੱਛਾਂਗਾ ਕੈਮਰਾ ਕਰਕੇ। ਅਗਰ ਗਾਤਰਾ ਨਹੀਂ ਮਿਲੇਗਾ ਉਹ ਵੀ ਵਾਇਲੇਸ਼ਨ ਹੈ। ਉਹਨਾਂ ਨੇ ਦਾੜੀ ਰੰਗਣੀ ਤਾਂ ਹੁਣ ਛੱਡੀ ਹੈ ਜੀ, 2 ਸਾਲ ਪਹਿਲੇ, ਉਸ ਤੋਂ ਪਹਿਲੇ ਤਾਂ ਉਹ ਦਾੜੀ ਵੀ ਰੰਗਦੇ ਸੀ, ਕਾਲੀ ਸੀ ਉਹਨਾਂ ਦੀ ਦਾੜੀ, 2 ਸਾਲ 'ਚ ਵਾਈਟ ਹੋਈ ਹੈ। ਤੇ ਬਾਕੀ ਕੇਸ ਕਤਲ ਦਾ ਮੈਨੂੰ ਆਈਡੀਆ ਨਹੀਂ ਵੀਰ ਜੀ, ਮੈਂ ਕਮੈਂਟ ਵੀ ਨਹੀਂ ਕਰਦਾ। ਤੇ ਜਿਹੜਾ ਬੰਦਾ ਦੇਖੋ दारू ਪੀਂਦਾ ਹੈ, ਇਹ ਐਫੀਡੇਵਿਟ ਲੈ ਕੇ ਗੁਰੂ ਦੀ ਸਹੁੰ ਚੱਕ ਕੇ ਕਿ ਮੈਂ ਪੰਚਕਕਾਰੀ ਹਾਂ, ਮੈਂ ਅੰਮ੍ਰਿਤ ਛਕਿਆ ਹੋਇਆ ਹੈ, ਅਗਰ ਉਹ ਗੁਰੂ ਤੋਂ ਬੇਮੁਖ ਹੋ ਗਿਆ ਤੇ ਫਿਰ ਉਹ ਧੋਖਾ ਦੇ ਰਿਹਾ, ਮੈਨੂੰ ਵੀ ਦੇ ਰਿਹਾ, ਸੰਗਤ ਨੂੰ ਵੀ ਦੇ ਰਿਹਾ, ਤਾਂ ਗੁਰੂ ਨੂੰ ਵੀ ਦੇ ਰਿਹਾ। ਤੇ ਅੱਜ ਨਹੀਂ ਤਾਂ ਕੱਲ ਸਜ਼ਾ ਗੁਰੂ ਨੇ ਦੇਣੀ ਹੈ ਉਹਨੂੰ।
ਸਰ ਇੱਕ ਲਾਸਟ ਸਰ ਮੈਂ ਇੱਕ ਆਈ ਡੋਂਟ ਵਾਂਟ ਟੂ ਪੁੱਟ ਵਰਡਸ ਇਨ ਯੋਰ ਮਾਊਥ ਬਟ ਇਹ ਜੋ ਕੁਝ ਵਰਡਸ ਹੈਗੇ ਆ ਇਹ ਇਸ ਕਮਿਊਨਿਟੀ ਜੋ ਹਮਨੇ ਰੀਸੈਂਟ ਇਨਸੀਡੈਂਟ ਹੋ ਰਿਹਾ ਇਹਨਾਂ ਵਿੱਚ ਵੀ ਆ ਰਿਹਾ ਹੈ ਕਿ ਡੂ ਯੂ ਥਿੰਕ ਕਿ ਸਿਰਸਾ ਜੀ ਗੋਲਕ ਚੋਰ ਹੈ ਜੋ ਪਬਲਿਕ ਦੀ ਮਨੀ ਤੇ ਤੁਸੀਂ ਕਿਹਾ ਕਿ ਪੈਸਾ ਸੰਗਤ ਦੀ ਮਨੀ ਪੈਸੇ ਨਾਲ ਇਲੈਕਸ਼ਨ ਲੜ ਰਹੇ ਆ ਤੇ ਗੋਲਕ ਚੋਰ ਦਾ ਟੈਗ ਆਏਗਾ ਉਹਨਾਂ ਉੱਤੇ ਵੀਰ ਜੀ ਚੋਰ ਨਹੀਂ, ਉਹ ਡਾਕੂ ਹੈ। ਅੱਛਾ ਚੋਰ ਹੁੰਦਾ ਹੈ ਕਿ ਪਿੱਛੋਂ ਲੈ ਜੇ, ਇਹ ਸਾਹਮਣੋਂ ਲੈ ਕੇ ਜਾ ਰਹੇ ਨੇ। ਜਿੰਨੇ ਵੀ ਅਨਾਉਂਸਮੈਂਟ ਕੀਤੀਆਂ ਨੇ ਨਾ ਇਹਨਾਂ ਨੇ ਰੀਸੈਂਟ ਟਾਈਮ ਵਿੱਚ, ਚਾਹੇ ਉਹ ਬਾਲਾ ਸਾਹਿਬ ਹਸਪੀਟਲ ਦੀ ਹੁਣ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ, ਚਾਹੇ ਉਹ DSGMC ਦੇ ਪੈਸੇ ਨੂੰ ਟੀਚਰਸ ਨੂੰ ਦੇਣਾ ਹੋਏ ਜਾਂ ਰਾਗੀਆਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਣੀ ਹੋਏ, ਚਾਹੇ ਉਹ ਜੌਬ ਦਿੱਤੀ ਹੈ ਬੱਚਿਆਂ ਨੂੰ, ਜੌਬ ਦੇਣੀ ਗਲਤ ਨਹੀਂ ਹੈ, ਹਸਪੀਟਲ ਬਣਾਉਣਾ ਗਲਤ ਨਹੀਂ ਹੈ। DSGMC ਦੇ ਜਿਹੜੇ ਟੀਚਰਸ ਨੇ ਉਹਨਾਂ ਦੀ ਸੈਲਰੀ ਉਹਨਾਂ ਦਾ ਹੱਕ ਹੈ, ਉਹ ਦੇ ਕੇ ਕੋਈ ਅਹਿਸਾਨ ਨਹੀਂ ਕਰ ਰਹੇ। ਮੈਂ ਆਪਣੀ ਸਰਵਿਸ ਦੇ ਰਿਹਾ ਤਾਂ ਮੈਨੂੰ ਉਹਦਾ ਭੁਗਤਾਨ ਮਿਲਣਾ ਮੇਰਾ ਹੱਕ ਹੈ, ਗਲਤ ਤਾਂ ਨਹੀਂ ਕਹਿ ਰਿਹਾ। ਰਾਗੀ ਅਗਰ ਕਿਸੇ ਨੂੰ ਅਪਾਇੰਟ ਕੀਤਾ ਗਿਆ ਹੈ ਤੇ ਉਹ ਆਪਣੀ ਸਰਵਿਸ ਦੇ ਰਿਹਾ, ਸਰਵਿਸ ਦੇ ਉੱਤੇ ਉਹਨੂੰ ਉਸਦੀ ਪੇਮੈਂਟ ਮਿਲਣੀ ਲਾਜ਼ਮੀ ਹੈ। ਉਹ ਅਗਰ ਗੁਰਦੁਆਰੇ ਕੰਮ ਨਹੀਂ ਕਰੇਗਾ, ਕਿੱਥੇ ਵੀ ਅਗਰ ਟੀਚਰ ਅਗਰ ਕਿੱਥੇ ਵੀ ਕੰਮ ਕਰੇਗੀ ਉਹਨੂੰ ਉਸਦੀ ਮਿਲਣੀ ਹੱਕ ਹੈ ਉਹਦਾ, ਉਹ ਕੋਈ ਆਸਾਨ ਨਹੀਂ ਕਰ ਰਹੇ। ਬਟ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਇਹਨਾਂ ਦੇ ਜਿਹੜੇ ਵੀ ਅਨਾਉਂਸਮੈਂਟਸ ਹੈਗੇ ਨੇ ਉਹ ਸਿਰਫ ਡਾਕਾ ਪਾ ਰਹੇ ਨੇ ਗੁਰੂ ਦੀ ਗੋਲਕ ਉੱਤੇ, ਗੁਰੂ ਦੀ ਗੋਲਕ ਯੂਜ਼ ਕਰਕੇ ਆਪਣਾ ਇਲੈਕਸ਼ਨ ਨੂੰ ਫੰਡ ਕਰ ਰਹੇ ਨੇ, ਬਸ ਹੋਰ ਕੁਝ ਨਹੀਂ ਕਰ ਰਹੇ ਜੀ। ਸਰ ਇੱਕ ਲਾਸਟ ਕੁਐਸਚਨ ਸਰ, ਤੁਹਾਡਾ ਸਿੱਖ ਕਮਿਊਨਿਟੀ ਨੂੰ ਮੈਸੇਜ ਕਿ ਕਿਵੇਂ ਆਪਾਂ ਫੇਅਰ ਇਲੈਕਸ਼ਨ ਲੜ ਸਕਦੇ ਹੈਗੇ ਤੇ ਕਿਵੇਂ ਆਪਾਂ ਸਟ੍ਰੇਟ ਪਾਥ 'ਤੇ ਚੱਲ ਸਕਦੇ ਜੋ ਗੁਰੂ ਜੀ ਨੇ ਦਿਖਾਇਆ ਹੈਗਾ ਕਿ ਜੇ ਆਪਾਂ ਇਸ ਕਰਪਸ਼ਨ ਨੂੰ ਕਿੱਦਾਂ ਅਵੋਇਡ ਕਰੀਏ ਜਾਂ ਇਹਨਾਂ ਚੰਗੁਲ ਦੇ ਵਿੱਚੋਂ ਕਿਵੇਂ ਬਾਹਰ ਨਿਕਲੇ। ਸ਼ਾਇਦ ਕੋਈ ਪੈਸੇ ਲੈਂਦਾ ਹੋਏਗਾ ਜਾਂ ਕੋਈ ਹੋਰ ਚੀਜ਼ ਲੈਂਦਾ ਹੋਏਗਾ, ਜੋ ਕੁਝ ਕਰਦਾ ਹੈ ਉਹਨਾਂ ਵਾਸਤੇ ਇੱਕ ਮੈਸੇਜ ਕਿ ਸਿੰਪਲ ਸਟ੍ਰੇਟ ਇਲੈਕਸ਼ਨ ਫੇਅਰ ਇਲੈਕਸ਼ਨ ਕਿੱਦਾਂ ਲੜੇ ਜਾਣ, ਉਹਨਾਂ ਨੂੰ ਇੱਕ ਮੈਸੇਜ ਕਮਿਊਨਿਟੀ ਵਾਸਤੇ। ਵੀਰ ਜੀ ਗੁਰੂ ਸਾਹਿਬ ਨੇ ਨਾ ਇਹੋ ਜਿਹੇ ਲੋਕਾਂ ਲਈ ਇੱਕ ਬਹੁਤ ਅੱਛਾ ਫੁਰਮਾਨ ਦਿੱਤਾ ਹੈ ਗੁਰਬਾਣੀ ਅੰਦਰ, ਕੁੱਤਾ ਰਾਜ ਬਹਾਲੀ ਹੈ ਤੇਰੇ ਚੱਕੀ ਚੱਟਾ ਹੈ। ਤੇ ਅੱਜ ਵੀ ਉਹੀ ਹੋ ਰਿਹਾ, ਰਾਜ ਵਿੱਚ ਪਤਾ ਨਹੀਂ ਕੌਣ ਬੈਠਾ ਹੈ ਕੌਣ ਨਹੀਂ, ਸਾਨੂੰ ਸਭ ਨੂੰ ਪਤਾ ਹੈ। ਸਿੱਖ ਕੌਮ ਲਈ ਤਾਂ ਸਿਰਫ ਇੱਕ ਮੇਰਾ ਸੁਜੈਸ਼ਨ ਹੈ ਜੀ, ਥੋੜੀ ਜਿਹੀ ਅੱਖਾਂ ਆਪਣੀ ਖੋਲੋ। ਅੱਜ ਸਿੱਖ ਕੌਮ ਅੰਦਰ ਸਾਰੇ ਐਜੂਕੇਟਿਡ ਨੇ, ਕੋਈ ਵੀ ਅਨਪੜ੍ਹ ਨਹੀਂ ਹੈ, ਚਾਹੇ ਉਹ ਸੇਵਾਦਾਰ ਵੀ ਕਿਉਂ ਨਾ ਹੋਏ ਨਾ, ਉਹ ਐਜੂਕੇਟਿਡ ਹੈ। ਹਰ ਬੰਦੇ ਕੋਲ ਮੋਬਾਈਲ ਹੈ, ਹਰ ਬੰਦੇ ਕੋਲ ਜਾਣਕਾਰੀ ਸਾਰੀ ਹੈ। ਤੇ ਅੱਜ ਮਸਲ ਪਾਵਰ ਨੂੰ ਤੇ ਪੈਸੇ ਨੂੰ ਅਗਰ ਅਸੀਂ ਛੱਡ ਦਾਂਗੇ ਤਾਂ ਆਪਣੇ ਆਉਣ ਵਾਲੀ ਪਨੀਰੀ ਲਈ ਅਸੀਂ ਇੱਕ ਸੁਨਹਿਰਾ ਕੱਲ ਬਣਾ ਸਕਦੇ ਹਾਂ ਜੀ, ਨਹੀਂ ਤਾਂ DSGMC ਫਿਰ ਬਿਲਕੁਲ ਕੱਖ ਹੋ ਜਾਏਗੀ। ਇਹ ਉਹ ਗੁਰਦੁਆਰਾ ਹੈ, ਇਹ ਉਹ ਗੁਰੂ ਦਾ ਦਰ ਹੈ ਜਿਹੜੇ ਲੋਕਾਂ ਨੂੰ ਪੈਸੇ ਦਿੰਦਾ ਆਇਆ, ਜਿਹੜੇ ਲੋਕਾਂ ਲਈ ਸੇਵਾ ਕਰਦਾ ਆਇਆ। ਅੱਜ ਦੀ ਇਹ ਹਾਲਤ ਹੋ ਗਈ ਹੈ ਕਿ ਹੈੱਡ ਗ੍ਰੰਥੀ ਸਾਹਿਬ ਤੋਂ ਲਾਈਵ TV ਤੋਂ ਪੈਸੇ ਮੰਗਾਏ ਜਾਂਦੇ ਨੇ ਕਿ ਸਾਡੇ ਕੋਲ ਕੜਾਹ ਪ੍ਰਸ਼ਾਦ ਲਈ ਵੀ ਕੀ ਨਹੀਂ ਹੈ, ਕੀ ਦੇ ਦਿਓ, ਘਿਓ ਦੇ ਦਿਓ, ਸਾਨੂੰ ਕੋਡ ਬਣਾਉਣਾ ਜੀ, ਹਸਪੀਟਲ ਲਈ MRI ਮਸ਼ੀਨ ਦੇ ਦਿਓ ਜੀ। ਸਾਨੂੰ ਕਾਤਲਾਂ ਕੋਲੋਂ, ਅਮਿਤਾਭ ਬੱਚਨ ਵਰਗੇ ਕਾਤਲਾਂ ਕੋਲੋਂ ਜਿਨ੍ਹਾਂ ਉੱਤੇ ਧੱਬੇ ਲੱਗੇ ਨੇ 84 ਦੇ ਖੂਨ ਦੇ, ਉਹਨਾਂ ਤੋਂ ਵੀ ਪੈਸੇ ਲੈਣੇ ਪੈ ਰਹੇ ਨੇ। ਅਗਰ ਅਸੀਂ ਆਪਣੀ DSGMC ਦੀ, ਆਪਣੇ ਗੁਰਦੁਆਰੇ ਦੀ ਸਾਖ ਬਚਾਉਣੀ ਹੈ ਤੇ ਬਾਦਲਾਂ ਵਰਗੇ ਗੁਰੂ ਦੇ ਧੋਖਿਆਂ ਤੋਂ ਸਾਨੂੰ ਬਚਣਾ ਪਏਗਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਸੋ ਮਿਸਟਰ ਨਰੂਲਾ ਇਹ ਕਹਿ ਰਹੇ ਹੈ ਕਿ ਮਿਸਟਰ ਸਿਰਸਾ ਜੀ ਤੁਹਾਨੂੰ ਖੁੱਲ੍ਹਾ ਚੈਲੰਜ ਹੈ ਕਿ ਆਓ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਕੇ ਦਿਖਾਓ। ਤੇ ਸਰ ਮਿਸਟਰ ਸਿਰਸਾ ਜੀ ਤੁਸੀਂ ਸੁਣ ਰਹੇ ਹੋ ਤੇ ਸਾਡੇ ਖਬਰ ਫॉर ਇੰਡੀਆ ਵੱਲੋਂ ਵੀ ਤੁਹਾਨੂੰ ਖੁੱਲ੍ਹਾ ਇਨਵੀਟੇਸ਼ਨ ਹੈ, ਕਦੇ ਸਾਨੂੰ ਕਾਲ ਕਰੋ ਜਾਂ ਇਨਵਾਈਟ ਕਰੋ, ਇੰਟਰਵਿਊ ਸਾਡੀ ਲਓ, ਸਾਡੇ ਕੁਐਸਚਨਸ ਦਾ ਆਨਸਰ ਦਿਓ। ਤੇ ਤੁਸੀਂ ਦੇਖ ਰਹੇ ਹੋ ਖਬਰ ਫॉर ਇੰਡੀਆ, ਮੈਂ ਹਾਂ ਦਿਲਜੋਤ ਸਿੰਘ।